ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਸਿਹਤ ਸੰਭਾਲ ਦਾ ਅੱਜ ਵੀਰਵਾਰ ਦਾ ਇਹ ਪ੍ਰੋਗਰਾਮ ਅੱਜ 29 ਅਪ੍ਰੈਲ ਆ ਅਤੇ ਵੀਰਵਾਰ ਨੂੰ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਸਾਰੀਆਂ ਹੀ ਜਿਹੜੇ ਘਰੇਲੂ ਨੁਸਖੇ ਹੋਮ ਰੈਮਡੀਜ਼ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਅਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਪ੍ਰੋਗਰਾਮ ਸਿਹਤ ਸੰਭਾਲ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈਗਾ ਆ। ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾਂ ਟਰਲੋਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਸਤਰਾਮ ਸਿੰਘ ਕਮਲਜੀਤ ਬੈਂਸ ਟਰਲੋਕ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ 4087227698 ਦੇ ਉੱਤੇ। ਅਤੇ ਆਓ ਆਪਣੇ ਜਿਹੜੀ ਆ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਹੁਣ ਜਗਵੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਗੱਲ ਪਹਿਲਾਂ ਕਰਦੇ ਹਾਂ। ਭਾਈ ਹੈਗਾ ਇੱਥੇ ਇੰਡੀਆ ਕੋਈ ਮਿਰਗੀ ਹੋਈ ਵੀ ਉਹਨੂੰ ਮਿਰਗੀ ਵਾਸਤੇ ਤਾਂ ਉਹਨੂੰ ਅੰਗੂਰਾਂ ਦਾ 100 ਗ੍ਰਾਮ ਅੰਗੂਰ ਰੋਜ਼ ਖਾ ਲਵੇ ਜੀ, ਵਧੀਆ ਚੀਜ਼ ਹੈਗੀ। ਫਿਰ 5-7 ਕਲੀਆਂ ਲਸਣ ਦੀਆਂ ਘੀਵਾਂ ਭੁੰਨ ਕੇ ਭਾਵੇਂ ਉਹ ਖਾ ਸਕਦਾ ਹੈਗਾ। ਫਿਰ ਪਿਆਜ਼ ਦਾ ਰਸ 2 ਚਮਚੇ ਇਹ ਰੋਜ਼ ਪੀਣਾ ਹੈਗਾ ਜੀ। ਪਿਆਜ਼ ਦਾ ਰਸ ਕੱਢ ਕੇ 2 ਚਮਚੇ 2-3 ਚਮਚੇ ਰੋਜ਼ ਪੀ ਲਵੇ, ਪਾਣੀ ਮਿਕਸ ਕਰਕੇ ਪੀ ਸਕਦਾ ਹੈਗਾ। ਫਿਰ ਜੇ ਇੰਡੀਆ ਹੈਗਾ ਤਾਂ ਕਰੌਂਦੇ ਜਿਹੜੇ ਹੁੰਦੇ, ਕਰੌਂਦੇ ਉਹਨਾਂ ਦੇ ਦਰਖਤ ਦੇ ਪੱਤਿਆਂ ਦੀ ਚਟਨੀ ਜੀ ਬਣਾ ਕੇ ਖਾ ਸਕਦਾ, ਉਹਦੇ ਨਾਲ ਵੀ ਮਿਰਗੀ ਨੂੰ ਫਰਕ ਪੈ ਜਾਂਦਾ ਜੀ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਬ੍ਰਹਮੀ ਦਾ ਪਾਊਡਰ ਅਤੇ ਆਪਣੇ ਸਤਾਵਰ ਦੋਵਾਂ ਨੂੰ ਮਿਕਸ ਕਰਕੇ ਇਹ ਤੁਸੀਂ ਆਪਣੇ 1 ਚਮਚਾ ਦੁੱਧ ਨਾਲ ਤੁਸੀਂ ਇਹ ਲੈ ਸਕਦੇ ਹੈਗੇ ਤੁਸੀਂ ਇਹਦੇ ਵਿੱਚ। ਫਿਰ ਇਹਦੇ ਵਿੱਚ ਤੁਸੀਂ ਘੁੜ ਬੱਚ, ਇਹ ਦਵਾਈ ਦਾ ਨਾਮ ਹੈ ਜੀ, ਘੁੜ ਬੱਚ, ਇਹ ਤੁਸੀਂ ਆਪਣੇ 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਖਾ ਕੇ ਉੱਪਰ ਦੁੱਧ ਪੀ ਲੈਣਾ ਹੈਗਾ ਇਹਦੇ ਵਿੱਚ। ਇਹ ਵਧੀਆ ਚੀਜ਼ਾਂ ਹੈਗੀਆਂ ਇਹਦੇ ਵਾਸਤੇ। ਜੇ ਤੁਹਾਨੂੰ ਜਾਂ ਨਹੀਂ ਤਾਂ ਫਿਰ ਰੀਠੇ ਜਿਹੜੇ ਹੁੰਦੇ, ਰੀਠੇ ਉਹਨਾਂ ਦੇ ਜਿਹੜੇ ਛਿਲਕ ਹੁੰਦੇ ਆ ਉੱਪਰਲੇ, ਉਹਨਾਂ ਨੂੰ ਐਨ ਬਰੀਕ ਪੀ ਕੇ ਕੱਪੜ ਛਾਣ ਕਰਕੇ ਉਹਦੇ ਨਾਲ ਸੁਹਾ ਲਾਓ, ਉਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਨਹੀਂ ਤਾਂ ਫਿਰ ਤੁਸੀਂ ਅਕਰਕਰਾ ਲੈ ਸਕਦੇ ਹੈਗੇ। ਅਕਰਕਰਾ 1 ਚਮਚਾ ਅਤੇ 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚ, ਜਿਹੜੇ ਮਿਰਗੀ ਵਾਲੇ ਹੈਗੇ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਗਰਦਨ ਦੇ ਵਿੱਚ ਦਰਦ ਰਹਿੰਦਾ ਹੈਗਾ, ਉਹ ਲੈ ਸਕਦੇ ਹੈਗੇ ਤੁਸੀਂ ਆਪਣੇ ਬਦਾਮ ਰੋਗਨ ਦੇ ਵਿੱਚ 1 ਚਮਚਾ ਤੁਸੀਂ ਬਦਾਮ ਦਾ, ਅੱਧਾ ਚਮਚਾ ਸ਼ਹਿਦ ਦਾ ਮਿਕਸ ਕਰਕੇ ਉਹ ਗਰਦਨ ਦੇ ਉੱਤੇ ਲੇਪ ਕਰਨਾ ਹੈਗਾ ਜੀ ਤੁਸੀਂ। ਜਾਂ ਫਿਰ ਤੁਸੀਂ ਆਪਣੇ ਮੇਥੀ ਜਿਹੜੀ ਹੁੰਦੀ, ਮੇਥੇ ਜਾਂ ਮੇਥੀ, ਉਹ ਤੁਸੀਂ ਆਪਣੇ ਅੱਧਾ ਚਮਚਾ ਮੇਥੀ ਦਾ ਪੀ ਕੇ ਤੁਸੀਂ ਉਹਨੂੰ ਅਤੇ ਸ਼ਹਿਦ ਵਿੱਚ ਮਿਕਸ ਕਰਕੇ ਉਹ ਤੁਸੀਂ ਸਵੇਰ ਸਾਂਝ ਖਾ ਸਕਦੇ ਹੈਗੇ 2 ਟਾਈਮ। ਜਾਂ ਫਿਰ ਤੁਸੀਂ ਆਪਣੇ ਜਿਹੜਾ ਹੁੰਦਾ ਜੈਫਲ, ਨਟਮੈਗ ਜਿਹਨੂੰ ਕਹਿੰਦੇ, ਉਹ ਤੁਸੀਂ ਅੱਧਾ ਚਮਚਾ ਲੈ ਲਓ ਜਾਂ 1 ਚਮਚਾ ਤੁਸੀਂ ਜੈਫਲ ਦਾ ਲੈ ਲਓ, 1 ਚਮਚਾ ਸ਼ਹਿਦ ਦਾ, ਉਹ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਗਰਦਨ ਦੇ ਉੱਤੇ ਲਗਾਉਣਾ ਹੈਗਾ ਜੀ। ਇਹ ਤੁਸੀਂ ਆਪਣੇ ਚੀਜ਼ ਕਰ ਸਕਦੇ ਹੈ। ਜੇ ਇੰਡੀਆ ਹੈਗਾ ਕੋਈ ਭਾਈ ਤਾਂ ਉੱਥੇ ਜਿਹੜੇ ਵੜੇਵਿਆਂ ਦੀ ਗਿਰੀ ਹੁੰਦੀ ਹੈ ਉਹ ਤੁਸੀਂ 2-4 ਗ੍ਰਾਮ ਉਹ ਤੁਸੀਂ ਖਾ ਸਕਦੇ ਹੈਗੇ, ਉਹ ਵੀ ਗਰਦਨ ਦੇ ਦਰਦ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਜੇ ਕਿਤੇ ਅਰਿੰਡੀ ਦੇ ਪੱਤੇ ਤੁਹਾਨੂੰ ਇੱਥੇ ਮਿਲਦੇ, ਉਹਨਾਂ ਨੂੰ ਥੋੜ੍ਹਾ ਜਿਹਾ ਸੇਕ ਕੇ ਤਵੇ ਦੇ ਉੱਤੇ ਅਤੇ ਉਹਨਾਂ ਦੇ ਉੱਤੇ 1 ਚਮਚਾ ਸ਼ਹਿਦ ਲਗਾ ਕੇ ਉਹ ਤੁਸੀਂ ਆਪਣੇ ਗਰਦਨ ਦੇ ਆਲੇ ਦੁਆਲੇ ਬੰਨ੍ਹ ਦਿਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ।
ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਪੁੱਛਦੇ ਸੀਗੇ ਗੋਡਿਆਂ ਦੇ ਦਰਦ ਵਾਸਤੇ ਤੁਸੀਂ ਲੈ ਸਕਦੇ ਹੈਗੇ ਹਾਲੋਂ, ਕਲੌਂਜੀ, ਮੇਥੀ, ਅਜਵੈਨ। ਇਹ ਚਾਰੇ ਚੀਜ਼ਾਂ ਤੁਸੀਂ ਲੈਣੀਆਂ। ਉਹ ਤੁਸੀਂ ਆਪਣੇ ਇੱਕ ਚਮਚਾ, ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਓ, ਚਾਹੇ ਇੱਕ ਟਾਈਮ ਲੈ ਲਓ ਇੱਕ ਚਮਚਾ। ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਗੋਡਿਆਂ ਦਾ ਵਾਸਤੇ ਤੁਸੀਂ ਲੈ ਸਕਦੇ ਹੈਗੇ ਨਾਗਰ ਮੋਥਾ। ਇਹ ਆਪਣੇ ਇੱਕ ਚਮਚਾ ਤੁਸੀਂ ਆਪਣੇ ਇਹ ਲੈ ਸਕਦੇ ਹੈਗੇ, ਪਾਣੀ ਜਿੰਨਾ ਲੈ ਲਓ। ਫਿਰ ਪਖੜਾ ਤੇ ਸੁੰਡ ਬਰਾਬਰ ਲੈ ਕੇ ਇੱਕ ਚਮਚਾ ਤੁਸੀਂ 1.5 ਚਮਚੇ ਦੀ ਚਾਹ ਜੀ ਬਣਾ ਕੇ ਭਾਵੇਂ ਪੀ ਸਕਦੇ, ਭਾਵੇਂ ਉਹ ਲੈ ਲਓ, ਭਾਵੇਂ ਚਾਹ ਜੀ ਬਣਾ ਕੇ ਪੀ ਲਓ। ਇਹਦੀ 1.5 ਚਮਚੇ ਦੀ ਬਰਾਬਰ ਲੈਣੀਆਂ ਦੋ ਚੀਜ਼ਾਂ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੱਕਾ ਤੁੰਮਾ ਜਿਹੜਾ ਹੁੰਦਾ ਉਹ, ਤੇ ਕਾਲੀ ਮਿਰਚਾਂ ਤੇ ਸੁੰਡ, ਮਗਾਂ। ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਅੱਧਾ ਕੁ ਚਮਚਾ ਤੁਸੀਂ ਆਪਣੇ ਸਵੇਰ ਸਾਂਝ ਕੋਸੇ ਦੁੱਧ ਨਾਲ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕੁਆਰ ਦਾ ਗੁੱਦਾ ਤੁਸੀਂ ਆਪਣੇ 2 ਇੰਚ ਦਾ ਟੁਕੜਾ ਕੀਮਾ ਭੁੰਨ ਕੇ ਉਹ ਤੁਸੀਂ ਖਾ ਲਿਆ ਕਰੋ ਰੋਜ਼। ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ ਗੋਡਿਆਂ ਨੂੰ। ਫਿਰ ਨਹੀਂ ਤਾਂ ਅਨਾਰ ਦੇ ਰਸ ਦੇ ਵਿੱਚ ਤੁਸੀਂ ਆਪਣੇ 3-4 ਚਮਚੇ ਅਦਰਕ ਦਾ ਰਸ ਮਿਲਾ ਕੇ ਰੋਜ਼ ਪੀ ਸਕਦੇ ਹੈਗੇ। ਹਾਂਜੀ, ਗੋਡਿਆਂ ਦੇ ਦਰਦ ਵਾਸਤੇ ਸਾਲਮ 50, ਸਾਲਮ ਮਿਸ਼ਰੀ, ਸਫੇਦ ਮੂਸਲੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਲਈ ਚੱਲੋ। ਇਹ ਮੈਂ ਆਪ ਯੂਜ਼ ਕਰਿਆ ਸੀਗਾ ਜੀ। ਇਹ ਬੈਕਫਿਟ ਵੀ ਹੈਗੀ, ਬਹੁਤ ਵਧੀਆ ਚੀਜ਼ ਹੈ ਇਹ। ਇਹਦੇ ਨਾਲ ਆਪਣੇ ਠੀਕ ਰਹਿੰਦਾ ਹੈਗਾ ਕੰਮ। ਜਿਹੜੇ ਸਿਆਟਿਕਾ ਪੇਨ ਵਾਸਤੇ ਕਹਿੰਦੇ ਸੀਗੇ ਉਹ ਤਾਂ ਆਪਣੇ ਤਿਲਾਂ ਦਾ ਤੇਲ ਲੈ ਕੇ ਥੋੜ੍ਹਾ ਜਿਹਾ 2 ਚਮਚੇ, 1 ਚਮਚਾ ਤੁਸੀਂ ਆਪਣੇ ਲਸਣ ਦਾ ਰਸ ਪਾਉਣਾ ਹੈਗਾ। ਇਹ ਆਪਣੇ ਇਹਦੀ ਤੁਸੀਂ ਮਿਕਸ ਕਰਕੇ ਮਾਲਿਸ਼ ਕਰਨੀ ਹੈਗੀ ਜਿਹਦੇ ਤੇ ਜਿੱਥੇ ਸਾਰਾ ਦਰਦ ਹੁੰਦਾ ਹੈਗਾ। ਜਾਂ ਫਿਰ ਪਪੀਤੇ ਦੇ ਜਿਹੜੇ ਹੁੰਦੇ ਉਹਦਾ ਪੱਤਿਆਂ ਦਾ ਰਸ ਲੈ ਕੇ, ਜਾਂ ਪਪੀਤੇ ਦਾ ਰਸ ਲੈ ਕੇ, 1 ਚਮਚ ਕਰੇਲੇ ਦਾ ਰਸ ਲੈ ਕੇ, ਜਾਂ ਐਂ ਕਰੋ ਤੁਸੀਂ ਪਪੀਤੇ ਦਾ ਜੂਸ ਐਂ ਲੈ ਲਓ। ਪਪੀਤੇ ਦਾ ਜੂਸ ਤੁਸੀਂ ਜਿੰਨਾ ਕੁ ਪੀਣਾ ਹੈਗਾ 2 ਚਮਚੇ ਵਿੱਚ ਮੈਂ ਕਰੇਲਿਆਂ ਦਾ ਰਸ ਪਾ ਕੇ ਇਹ ਤੁਸੀਂ ਆਪਣੇ ਪੀਣਾ ਹੈਗਾ ਜੀ। ਇਹ ਤੁਸੀਂ ਲੈ ਸਕਦੇ ਹੈਗੇ। ਨਹੀਂ, ਓਲੀਵ ਆਇਲ ਦੇ ਵਿੱਚ ਥੋੜ੍ਹੀ ਪੀਸ ਕੇ ਫਟਕੜੀ ਪਾ ਕੇ ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਅੱਛਾ, ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਤਿਰਫਲਾ ਚੂਰਨ, ਬਾਈਬਡਿੰਗ, ਕਾਲੀ ਮਿਰਚ, ਜਿਹੜੇ ਅਨਾਰ ਦੇ ਪੱਤੇ ਸੁੱਕੇ ਵੇ ਉਹ, ਤੇ ਸੇਂਧਾ ਨੂੰ। ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਤੁਸੀਂ ਆਪਣੇ ਲੈ ਲਓ ਮਿਕਸ ਕਰਕੇ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਸਿਆਟਿਕਾ ਵਾਲੇ ਆਪਣੇ ਰਾਈ ਦਾ ਜਿਹੜਾ ਹੁੰਦਾ ਰਾਈ ਨੂੰ ਪਾਣੀ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਨਹੀਂ ਤਾਂ ਤੁਸੀਂ ਔਰੰਜ ਦੇ ਵਿੱਚੋਂ ਜਿਹੜੇ ਬੀਜ ਨਿਕਲਦੇ ਹੈਗੇ 8 ਬੀਜ ਤੁਸੀਂ ਆਪਣੇ ਲੈਣੇ, ਦੁੱਧ ਮਾ ਪਾ ਕੇ ਜਿੰਨਾ ਕੁ ਦੁੱਧ ਪੀਣਾ ਵਾ ਉਬਾਲ ਲਓ ਤੁਸੀਂ। ਉਬਾਲ ਕੇ ਉਹਦੇ ਵਿੱਚੋਂ ਤੁਸੀਂ 1 ਚਮਚਾ ਅਦਰਕ ਦਾ ਰਸ ਤੇ ਅੱਧਾ ਕੁ ਚਮਚਾ ਦੇਸੀ ਘੀ ਇਹ ਮਿਕਸ ਕਰਕੇ ਆਪਣੇ ਪੀਲੇ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਵਾ ਹੋਊਗਾ ਉਹਦੇ ਉੱਤੇ। ਫਿਰ ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਇਹ ਸਾਰੀਆਂ ਚੀਜ਼ਾਂ ਚਾਰੇ ਬਰਾਬਰ ਤੁਸੀਂ ਆਪਣੇ ਚੀਜ਼ਾਂ ਲੈਣੀਆਂ ਹੈਗੀਆਂ। ਇਹ ਥੋੜ੍ਹਾ 1 ਚਮਚਾ ਤੁਸੀਂ ਇਹਦਾ ਦਵਾਈ ਦਾ ਜਿਹੜੀ ਬਣੂਗੀ ਅਤੇ 1 ਚਮਚਾ ਘੀ ਦਾ। ਜਾਂ ਨਹੀਂ ਤਾਂ ਪੰਜੀਰੀ ਜੀ ਬਣਾ ਲਓ ਤੁਸੀਂ ਘਰ, ਉਹਦੇ ਵਿੱਚ ਪੰਜੀਰੀ ਜਿੰਨੀ ਕੁ ਖਾਣੀ ਹੈਗੀ ਉਹਦੇ ਵਿੱਚ 1 ਚਮਚਾ ਪਾ ਕੇ ਤੁਸੀਂ ਉਹ ਖਾ ਲਿਆ ਕਰੋ। ਇਹ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਤੁਸੀਂ ਜੇ ਇੰਡੀਆ ਹੈਗਾ ਭਾਈ ਕੋਈ ਤਾਂ ਆਪਣੇ ਤੁਸੀਂ ਜਿਹੜੇ ਬੋਹੜ ਦਾ ਦਰਖਤ ਹੁੰਦਾ ਉਹਦੇ ਆਪਣੇ ਪੱਤੇ ਲੈ ਲੈਣੇ ਹੈਗੇ, ਉਹਨਾਂ ਨੂੰ ਸੁਕਾ ਕੇ ਤਕਰੀਬਨ 1 ਚਮਚਾ ਰੋਜ਼ ਤੁਸੀਂ ਆਪਣੇ ਪਾਣੀ ਨਾਲ ਲਈ ਚੱਲੋ। ਇਹ ਵੀ ਵਧੀਆ ਚੀਜ਼ ਹੈ। ਫਿਰ ਛੁਹਾਰੇ ਦੇ ਵਿੱਚ ਵਧੀਆ ਰਹਿੰਦੇ ਹੈਗੇ, 2 ਛੁਹਾਰੇ ਰੋਜ਼ ਖਾ ਲਿਆ ਕਰੋ, ਉਹ ਵੀ ਵਧੀਆ ਰਹਿੰਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਾਲ ਝੜਦੇ ਹੈਗੇ ਉਹ ਤੁਸੀਂ ਆਪਣੇ 300 ਗ੍ਰਾਮ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ। 30 ਗ੍ਰਾਮ ਵਿੱਚ ਸੁੱਕੇ ਔਲੇ ਜਿਹੜੇ ਪਾਉਂਦੇ ਉਹ ਪਾ ਕੇ ਤੁਸੀਂ ਆਪਣੇ ਹੌਲੀ ਆਂਚ 'ਤੇ ਪਕਾਉਣੇ ਹੈਗੇ ਉਹਨਾਂ ਨੂੰ। ਜਦ ਪੂਰਾ ਰੰਗ ਜਿਹਾ ਉਹਨਾਂ ਦਾ ਆ ਜਾਵੇ ਤੇਲ ਦੇ ਵਿੱਚ ਫਿਰ ਨਿਤਾਰ ਕੇ ਉਹਨਾਂ ਨੂੰ ਔਲੇ ਕੱਢ ਦਿਓ ਬਾਹਰ। ਉਹਦੇ ਨਾਲ ਤੁਸੀਂ ਆਪਣੇ ਸਿਰ ਦੀ ਮਾਲਿਸ਼ ਕਰਨੀ ਹੈਗੀ ਇਹਦੇ ਵਿੱਚ। ਇਹਦੇ ਨਾਲ ਹਟ ਜਾਂਗੇ ਵਾਲ। ਜੇ ਨਹੀਂ ਆਪਣੇ ਤੁਸੀਂ ਜਾਂ ਜੇ ਨਹੀਂ ਤੁਹਾਨੂੰ ਨਾਰੀਅਲ ਦੇ ਤੇਲ ਦੇ ਵਿੱਚ ਵੀ ਤੁਸੀਂ ਇਹੀ ਪ੍ਰੋਗਰਾਮ ਕਰ ਸਕਦੇ ਹੈਗੇ।
ਫਿਰ ਤੁਸੀਂ ਔਲਿਆਂ ਦਾ ਜੂਸ ਰੋਜ਼ ਪੀਏ ਕਰੋ, ਵੀ ਵਾਲ ਝੜਨੇ ਨੂੰ ਹਟਾ ਦਿੰਦਾ ਜੀ। ਜੀ ਹਾਂਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਕਲੌਂਜੀ, ਇਹ ਤੁਸੀਂ ਅੱਧਾ ਕੁ ਚਮਚਾ ਕਲੌਂਜੀ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ 1 ਕੱਪ ਦਹੀਂ ਦੇ ਵਿੱਚ ਥੋੜ੍ਹੀ ਕਾਲੀ ਮਿਰਚ ਪਾ ਕੇ ਨਿੰਬੂ ਨਿਚੋੜ ਕੇ ਉਹ ਤੁਸੀਂ ਨਹਾ ਸਕਦੇ ਹੈਗੇ ਉਹਦੇ ਨਾਲ, ਇਹਦੇ ਵਿੱਚ ਜਿਵੇਂ ਵਾਲ ਝੜਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਭਰਿੰਗਰਾਜ ਦਾ ਤੇਲ ਮਿਲਦਾ ਜੀ, ਬਣਿਆ ਬਣਾਇਆ ਭਰਿੰਗਰਾਜ ਤੇਲ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਪੇਟ ਜਿਹਾ ਖਰਾਬ ਰਹਿੰਦਾ ਹੈਗਾ, ਉਹ ਆਪਣੇ ਤੁਸੀਂ 1 ਐਪਲ ਜਿਹੜਾ ਹਰਾ ਹੁੰਦਾ ਜੀ, ਗ੍ਰੀਨ ਐਪਲ, ਉਹ ਤੁਸੀਂ ਆਪਣੇ ਰੋਜ਼ ਲੈ ਲਿਆ ਕਰੋ। ਫਿਰ ਅਨਾਜ ਦਾ ਜੂਸ ਸਾਰੇ ਵਾਸਤੇ ਵਧੀਆ ਰਹੂਗਾ, ਜਿਹੜਾ ਪੇਟ ਮਾ ਖਰਾਬੀ ਰਹਿੰਦੀ ਹੈਗੀ। ਨਹੀਂ ਤਾਂ ਆਪਣੇ ਸੌਂਫ 1.5 ਚਮਚਾ ਸੌਂਫ ਦਾ ਲੈ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਕਾਲੀ ਨੂਣ ਪਾ ਕੇ ਉਹ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। 1.5 ਚਮਚਾ ਸੌਂਫ ਦਾ, ਨਿੰਬੂ ਤੁਸੀਂ ਆਪਣੇ ਗਿੱਲਾ ਜਿਹਾ ਕਰ ਲਿਆ ਕਰੋ ਉਹਨੂੰ, ਸੌਂਫ ਨੂੰ, ਉੱਤੇ ਕਾਲਾ ਨੂਣ ਪਾ ਕੇ ਉਹ ਤੁਸੀਂ ਖਾਓ, ਵੀ ਠੀਕ ਰਹੂਗਾ ਸਾਰੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਜਿੱਥੇ ਕਹਿੰਦੇ ਸੀ ਕਿ ਰੋਟੀ ਰਾਟੀ ਹਜਮ ਨਹੀਂ ਹੁੰਦੀ ਜਾਂ ਵੀ ਫਾਰੇ ਜਿਹੇ ਫੀਲ ਕਰਦੇ ਹੈਗੇ, ਤਾਂ ਅੱਧਾ ਚਮਚਾ ਤੁਸੀਂ ਰਾਈ ਦਾ ਲੈਣਾ ਹੈਗਾ ਅਤੇ ਅੱਧਾ ਚਮਚਾ ਸ਼ੱਕਰ, ਇਹ ਮਿਲਾ ਕੇ ਆਪਣੇ ਖਾ ਲਿਆ ਕਰੋ। ਉੱਪਰ 'ਤੇ ਆਪਣੇ ਕੋਸਾ ਜਿਹਾ ਪਾਣੀ ਪੀ ਲਿਆ ਖਾ ਕੇ, ਇਹ ਥੋੜ੍ਹਾ ਠੀਕ ਰਹੂਗਾ ਇਹਦੇ ਨਾਲ। ਫਿਰ ਨਹੀਂ ਤਾਂ ਕੁਆਰੀ ਆਸਵ ਵਧੀਆ ਚੀਜ਼ ਹੈਗੀ, ਕੁਮਾਰੀ ਆਸਵ, ਪੇਟ ਦੀ ਕੋਈ ਕਿਸਮ ਦੀ ਬਿਮਾਰੀ ਹੋਵੇ ਐਨ ਠੀਕ ਕਰਦਾ ਜੀ, ਲਿਕੁਇਡ ਹੈਗੀ ਇਹ। ਅਤੇ 4 ਚਮਚੇ ਤੁਸੀਂ ਆਪਣੇ ਇਹਦੇ 'ਤੇ 4 ਚਮਚੇ ਪਾਣੀ ਦੇ, ਇਹ ਮਿਕਸ ਕਰਕੇ ਤੁਸੀਂ ਆਪਣੇ ਪਾਣੀ, ਇਹ ਰੋਟੀ ਤੋਂ ਬਾਅਦ ਤੁਸੀਂ ਖਾਣੇ ਹੈਗੇ ਜੀ। 2 ਟਾਈਮ ਰੋਟੀ ਖਾਂਦੇ ਤਾਂ 2 ਟਾਈਮ ਰੋਟੀ ਖਾਣੇ ਤੋਂ ਬਾਅਦ ਖਾਓ, ਇਹ ਪੱਕੀ ਗਰੰਟੀ ਵਾਲਾ ਕੰਮ ਹੈ ਜੀ, ਇਹ ਮੈਂ ਆਪ ਯੂਜ਼ ਕਰੀ ਹੈਗੀ। ਐਨ ਢਿੱਡ ਦੀ ਸਾਰੀ ਪ੍ਰੋਬਲਮਾਂ ਠੀਕ ਕਰ ਦਿੰਦੀ ਹੈਗੀ। ਜੇ ਤੁਹਾਨੂੰ ਲੱਗਦਾ ਢਿੱਡ ਮਾ ਸੋਜ ਦੀ ਹੈਗੀ ਕੋਈ ਹੋਰ ਹੈਗੀ, ਤਾਂ ਤੁਸੀਂ ਆਪਣੇ 1 ਲੀਟਰ ਪਾਣੀ ਲੈਣਾ ਹੈਗਾ, 60 ਗ੍ਰਾਮ ਵਿੱਚ ਅਨਾਜ ਦਾਣਾ ਪਾਉਣਾ, ਅਤੇ ਇੰਨੀ ਕੁ ਤੁਸੀਂ ਅੰਦਾਜ਼ੇ ਨਾਲ ਮਿਸ਼ਰੀ ਪਾ ਲੈਣੀ, ਜਿੰਨਾ ਕੁ ਮਿੱਠਾ ਜਿਹਾ ਹੋ ਜਾਵੇ, ਜਿੰਨਾ ਕੁ ਤੁਹਾਨੂੰ ਚੰਗਾ ਲੱਗਦਾ ਹੈਗਾ। ਇਹ ਤੁਸੀਂ ਉਹਨੇ ਮਿੱਟੀ ਦੇ ਭਾਂਡੇ ਮਾ ਭਿਓ ਕੇ ਰਾਤ ਨੂੰ ਰੱਖ ਦੇਣਾ ਹੈਗਾ। ਫਿਰ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਇਹਦੇ 1 ਲੀਟਰ ਦੇ ਤੁਸੀਂ ਆਪਣੇ 3 ਕੁ ਗਲਾਸ ਬਣ ਜਾਓਗੇ, 3 ਕੁ ਹਿੱਸੇ ਕਰਕੇ ਇਹਦੇ ਪੀ ਲਿਆ ਕਰੋ। ਹਫ਼ਤਾ ਪੀ ਕੇ ਦੇਖੋ, ਅਗਲੇ ਦਿਨ ਫਿਰ ਭਿਓ ਤਿਆ, ਐਂ ਕਰਕੇ ਅਸੀਂ ਹਫ਼ਤਾ ਪੀ ਕੇ ਦੇਖੋ, ਇਹ ਆਪਣੇ ਠੀਕ ਹੋ ਜੂਗੀ। ਇਹ ਸਾਰੇ ਢਿੱਡ ਦੀ ਜਿਹੜੀ ਪ੍ਰੋਬਲਮ ਹੈਗੀ, ਜਾਂ ਫਿਰ ਤੁਸੀਂ ਇਹਦੇ ਵਿੱਚ ਕਰ ਸਕਦੇ ਹੈਗੇ ਪਿਆਜ਼ ਦਾ ਰਸ 2 ਚਮਚੇ ਅਤੇ 1-2 ਚਮਚੇ ਨਿੰਬੂ ਦਾ ਰਸ, 1 ਚੁਟਕੀ ਕਾਲੇ ਨੂਣ ਦੀ, ਇਹ ਮਿਕਸ ਕਰਕੇ ਆਪਣੇ ਇਹ ਪੀ ਲਿਆ ਕਰੋ। ਪਾਣੀ ਪਾ ਲਿਆ ਵਿੱਚ ਜਿੰਨੀ ਕੁ ਤੁਹਾਨੂੰ ਲੋੜ ਹੈ। ਅੱਗੇ ਜਿਹੜੇ ਕਹਿੰਦੇ ਸੀ ਆਪਣੇ ਕਫ ਜੰਮੀ ਵੀ ਹੈਗੀ ਛਾਤੀ 'ਚ, ਉਹ ਤੁਸੀਂ ਆਪਣੇ 5-7 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ ਅਤੇ 10 ਮੁਨੱਕੇ ਲੈਣੇ ਹੈਗੇ, ਅਤੇ ਥੋੜ੍ਹੀ ਵਿੱਚ ਅੱਧਾ ਚਮਚਾ ਤੁਲਸੀ ਦਾ, ਇਹ ਉਬਾਲ ਕੇ ਇਹਦੀ ਤੁਸੀਂ ਚਾਹ ਜੀ ਬਣਾ ਕੇ ਆਪਣੇ ਪੀ ਸਕਦੇ ਹੈਗੇ। ਜੇ ਮਲੱਠੀ ਪਾ ਲਵੇਂ ਵਿੱਚ ਤਾਂ ਵੀ ਵਧੀਆ ਚੀਜ਼ ਹੈਗੀ, ਮਲੱਠੀ, ਦਾਲਚੀਨੀ ਇਹ ਜੀ ਮਿਕਸ ਜੇ ਕਰਕੇ ਚਾਹ ਜੀ ਬਣਾ ਕੇ ਪੀ ਲਿਆ ਕਰੋ, ਇਹਦੇ ਨਾਲ ਤਾਂ ਨਿਕਲ ਜੂਗੀ ਕਫ। ਜਾਂ ਲੌਂਗ ਪਾ ਲਏ ਵਿੱਚੋਂ 2-4, ਇਹ ਜੀ ਚਾਹ ਜੀ ਬਣਾ ਕੇ ਆਪਣੇ ਪੀ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਆਸਟ੍ਰੋਪਰੋਸਿਸ, ਜਿਹਨਾਂ ਦੀ ਹੱਡੀਆਂ ਕਮਜ਼ੋਰ ਹੈ, ਜਿਹਨਾਂ ਨੂੰ ਕਹਿੰਦੇ ਵੀ ਹੱਡੀਆਂ ਦੀ ਡੈਂਸਿਟੀ ਘੱਟ ਗਈ ਹੈਗੀ, ਉਹ ਪੁੱਛਦੇ ਸੀਗੇ ਪਿਛਲੀ ਵੀਕ ਪੁੱਛਦੇ ਸੀਗੇ, ਪਿਛਲੀ ਵੀਕ ਲੱਭਿਆ ਨਹੀਂ ਸੀ, ਮੈਂ ਚਲਾ ਐਤਕੀ ਦੱਸ ਦਿੰਦੇ। ਇਹਦੇ ਵਿੱਚੋਂ ਤੁਸੀਂ ਔਡਰ ਦੇ ਕੇ ਤੁਸੀਂ ਜਾਂ ਬਾਬਾ ਰਾਮਦੇਵ ਦੀ ਸਟੋਰ 'ਚੋਂ ਜਾਂ ਕਿੱਥੇ ਵੀ ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ। ਇਹ ਪ੍ਰਵਾਲ ਪਿਸਤੀ ਕਹਿੰਦੇ ਜੀ, ਪ੍ਰਵਾਲ ਪਿਸਤੀ, ਇਹ ਤੁਸੀਂ ਮੰਗਵਾ ਲਓ। ਇਹਦੀ ਖੁਰਾਕ ਹੈਗੀ ਜੀ ਆਪਣੇ 2 ਰੱਤੀਆਂ, ਸਮਝ ਲਓ ਜਿਸ ਤਰ੍ਹਾਂ 4 ਕੁ ਚੌਲਾਂ ਦੇ ਦਾਣੇ ਕੁ ਜਿੰਨੀ 4 ਕੁ, ਉਹ ਤੁਸੀਂ ਸ਼ਹਿਦ ਨਾਲ ਮਿਲਾ ਕੇ ਖਾਣੀ ਹੈਗੀ। ਜੇ ਨਹੀਂ ਤੁਹਾਨੂੰ ਪ੍ਰਵਾਲ ਪਿਸਤੀ ਮਿਲਦੀ ਤਾਂ ਤੁਸੀਂ ਆਪਣੇ ਮੁਕਤਾ ਪਿਸਤੀ, ਦੋਵਾਂ 'ਤੇ ਜਿਹੜੀ ਮਰਜ਼ੀ ਲੈ ਲਓ। ਪ੍ਰਵਾਲ ਪਿਸਤੀ ਜੇ ਨਹੀਂ ਇਹ ਮਿਲਦੀ ਤਾਂ ਤੁਸੀਂ ਮੁਕਤਾ ਪਿਸਤੀ ਇਹ ਦੇਖ ਲਿਓ। ਇਹਦੀ ਖੁਰਾਕ ਹੈਗੀ ਸਮਝ ਲਓ ਬਹੁਤ ਥੋੜ੍ਹੀ, 1 ਰੱਤੀ 2 ਕੁ ਚੌਲਾਂ ਦੇ ਦਾਣੇ ਜਿੰਨੀ, ਜਾਂ 1 ਸਮਝ ਲਓ ਕਾਲੀ ਮਿਰਚ ਜਿੰਨੀ, ਇੰਨੀ ਕੁ ਲੈਣੀ ਹੈਗੀ। ਇਹਦੇ ਵਿੱਚ ਤੁਹਾਨੂੰ ਯੋਗਟ ਵਧੀਆ ਰਹੂਗਾ, ਯੋਗਟ ਤੁਸੀਂ ਖਾਓ
ਅੰਡਾ ਖਾਓ, ਦੁੱਧ ਖਾਓ। ਨਹੀਂ ਆਪਣੇ ਅੰਡੇ ਦੇ ਜਿਹੜੇ ਉੱਪਰ ਛਿਲਕੇ ਹੁੰਦੇ ਆ ਉਹਨਾਂ ਨੂੰ ਉਹਨੇ ਪੀ ਲੈਣਾ ਹੈਗਾ। ਤੁਸੀਂ ਅੰਡਿਆਂ ਦੇ ਛਿਲਕਿਆਂ ਨੂੰ ਜਿਸ ਉਬਾਲ ਕੇ ਤੁਸੀਂ ਅੰਡੇ ਜੇ ਖਾਂਦੇ ਹੈਗੇ ਤਾਂ ਜਿਹੜੇ ਅੰਡੇ ਛਿਲਕੇ ਉਹਨੂੰ ਐਨ ਆਪਣੇ ਪੀ ਲੈਣਾ, ਕੱਪੜ ਛਾਂ ਜੀ ਕਰ ਲਓ ਉਹਨਾਂ ਦੀ। ਉਹਦਾ ਤੁਸੀਂ ਆਪਣੇ ਅੱਧਾ ਕੁ ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਆਪਣੇ ਤੁਸੀਂ ਕੈਲਸ਼ੀਅਮ ਅਤੇ ਮੈਗਨੇਸ਼ੀਅਮ, ਵਿਟਾਮਿਨ ਡੀ, ਇਹ ਜਿਹੜੀ ਇਕੱਠੀ ਮਿਕਸ ਹੁੰਦੀ ਹੈ ਜੀ, ਕੈਲਸ਼ੀਅਮ, ਮੈਗਨੇਸ਼ੀਅਮ ਅਤੇ ਵਿਟਾਮਿਨ ਡੀ ਇਕੱਠੀਆਂ ਗੋਲੀਆਂ ਮਿਲ ਜਾਂਦੀਆਂ ਹੈਗੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਹਰੀ ਸਬਜ਼ੀਆਂ ਤੁਸੀਂ ਖਾਇਆ ਕਰੋ ਇਹਦੇ ਵਿੱਚ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਹਰੀ ਸਬਜ਼ੀਆਂ ਤੁਸੀਂ ਖਾ ਜੀ। ਅਤੇ ਇਹਦੇ ਵਿੱਚ ਮੈਂ ਨਹੀਂ ਤੁਸੀਂ ਆਪਣੇ ਜਿਵੇਂ ਹੱਡੀਆਂ ਕਮਜ਼ੋਰ ਹੈਗੀਆਂ ਉਹ ਤੁਸੀਂ ਆਪਣੇ ਨੇ ਪੰਜੀਰੀ ਜੀ ਬਣਾ ਕੇ ਖਾ ਲਿਆ ਕਰੋ। ਇਹ ਮੈਂ ਤੁਹਾਨੂੰ ਦੱਸਦਾ ਚੀਜ਼ਾਂ। 40 ਗ੍ਰਾਮ ਤੁਸੀਂ ਬਦਾਮ ਲੈਣੇ ਹੈਗੇ, 40 ਕੁ ਗ੍ਰਾਮ ਕਾਜੂ, 30 ਗ੍ਰਾਮ ਖਸਖਸ, 40 ਗ੍ਰਾਮ ਛੁਹਾਰੇ, 40 ਗ੍ਰਾਮ ਇਹ ਚਾਰੇ ਮਗਜ਼ ਜਿਹੜੇ ਹੁੰਦੇ ਇਹ, ਅਤੇ 50 ਗ੍ਰਾਮ ਤੁਸੀਂ ਲੈਣਾ ਹੈਗਾ ਖੋਪਾ, ਅਤੇ 40 ਗ੍ਰਾਮ ਪਿਸਤਾ। ਇਹ ਤੁਸੀਂ ਆਪਣੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇਹਨਾਂ ਦੀ ਬਾਕੀ ਪੰਜੀਰੀ ਜਿਸ ਤਰ੍ਹਾਂ ਤੁਸੀਂ ਬਣਾਉਣਾ ਹੈਗਾ ਉਹ ਬਣਾ ਲਓ, ਚਾਹੇ ਐਂ ਹੀ ਇਕੱਠੀਆਂ ਕਰਕੇ ਤੁਸੀਂ ਖਾ ਲਓ। ਥੋੜ੍ਹਾ ਜਿਹਾ ਘੀ ਪਾ ਕੇ ਵਿੱਚ, ਮਾੜਾ ਜਿਹਾ ਘੀ ਦੇ ਵਿੱਚੋਂ ਭੁੰਨ ਲਓ ਇਹਨਾਂ ਨੂੰ ਪਾ ਕੇ, ਉਹ ਤੁਸੀਂ ਖਾ ਲਿਆ ਕਰੋ। ਜੇ ਥੋੜ੍ਹਾ ਜਿਹਾ ਆਟਾ ਪਾਉਣਾ ਤਾਂ ਵਿੱਚੋਂ ਪਾ ਲਿਆ ਕਰੋ, ਨਹੀਂ ਤਾਂ ਨਾ ਸਹੀ। ਨਹੀਂ ਤਾਂ ਥੋੜ੍ਹਾ ਘੀ ਮੈਂ ਇਸ ਤਰ੍ਹਾਂ ਭੁੰਨ, ਥੋੜ੍ਹਾ ਜਿਹਾ ਆਟਾ ਪਾ ਲਿਓ, ਵਧੀਆ ਪੰਜੀਰੀ ਜੀ ਬਣ ਜੂਗੀ। ਤੁਹਾਡੀ ਹੱਡੀਆਂ ਵਾਸਤੇ ਆਉਣੇ ਐਨ। ਜੇ ਕਮਜ਼ੋਰੀ ਜਾਂ ਜਿਸ ਤਰ੍ਹਾਂ ਜਨਾਨੀਆਂ ਨੂੰ ਡਿਲੀਵਰੀ ਤੋਂ ਬਾਅਦ ਕਮਜ਼ੋਰੀ ਜੀ ਫੀਲ ਹੋਣ ਲੱਗ ਜਾਂਦੀ ਹੈਗੀ, ਜਾਂ ਕਿਸੇ ਕਿਸਮ ਦੀ ਕਮਜ਼ੋਰੀ ਤੁਹਾਨੂੰ ਫੀਲ ਹੁੰਦੀ ਹੈਗੀ, ਗਲੇ ਹੱਡੀਆਂ ਮਜ਼ਬੂਤ ਕਰ ਦਿੰਦੀ ਹੈ ਜੀ। ਇਹ ਤੁਸੀਂ ਆਪਣੇ ਗਲੇ ਖੁਰਾਕ ਦੀ ਖੁਰਾਕ ਹੈ, ਗਲੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਨਾਂ ਦਾ। ਜਿਹੜੇ ਕਹਿੰਦੇ ਸੀਗੇ ਆਪਣੇ ਐਸਿਡਿਟੀ ਹੁੰਦੀ ਬਾਹਲੀ, ਉਹ ਤਾਂ ਤੁਸੀਂ ਪੇਠੇ ਦੀ ਮਠਿਆਈ ਖਾ ਲਿਆ ਕਰੋ ਜੀ। ਰੋਟੀ ਖਾਣੇ ਦੇ ਬਾਅਦ 2 ਡਲੀਆਂ ਪੇਠੇ ਦੀ ਮਠਿਆਈ ਰੋਜ਼ ਖਾ ਲਈਆਂ, ਅਤੇ ਮੂਲੀ ਦੇ ਰਸ ਦੇ ਵਿੱਚ ਮੈਂ ਥੋੜ੍ਹਾ ਧਨੀਏ ਦਾ ਰਸ ਮਿਕਸ ਕਰਕੇ ਉਹ ਤੁਸੀਂ ਆਪਣੇ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਜਿਹੜਾ ਹੁੰਦਾ, ਨਹੀਂ ਤਾਂ ਜੇ ਤੁਹਾਨੂੰ ਮਿਲਦਾ ਹੈਗਾ ਪੇਠਾ, ਜਿਹੜਾ ਜਿਹਦੀ ਮਠਿਆਈ ਬਣਦੀ ਹੈਗੀ, ਚਿੱਟਾ ਪੇਠਾ ਜਿਹਨੂੰ ਕਹਿੰਦੇ ਹੈਗੇ, ਉਹਦਾ ਥੋੜ੍ਹਾ ਜਿਹਾ ਤੁਸੀਂ ਅੱਧਾ ਕੁ ਗਲਾਸ ਜੂਸ ਦਾ ਸ਼ੱਕਰ ਮਿਲਾ ਕੇ ਤੁਸੀਂ ਉਹ ਪੀ ਲਿਆ ਕਰੇ ਰੋਜ਼, ਤਾਂ ਇਹਦੇ ਨਾਲ ਵੀ ਤੁਹਾਡੇ ਹਫ਼ਤੇ 2 ਹਫ਼ਤੇ ਮਾ ਜਿਹੜੀ ਐਸਿਡਿਟੀ ਦੀ ਪ੍ਰੋਬਲਮ ਹੈ ਜਿਹੜੀ ਉਹ ਠੀਕ ਹੋ ਜਾਂਦੀ। ਨਹੀਂ ਤਾਂ ਉਹਨੇ ਹੋਰ ਨਹੀਂ ਕੁਛ ਕਰਨਾ ਤਾਂ ਘੀਆ ਦਾ ਜੂਸ ਪੀ ਲਿਆ ਕਰੋ, ਗਾਜਰਾਂ ਦਾ ਜੂਸ ਪੀ ਲਿਆ ਕਰੋ। ਇਹ ਐਸਿਡ ਵਾਸਤੇ ਵਧੀਆ ਚੀਜ਼ ਹੈਗੀ ਜੀ। ਮੈਂ ਮੇਰਾ ਸਵੇਰ ਦਾ ਆਪਣੀ ਬੈਕ ਫੀਡ ਮੈਂ ਤੁਹਾਨੂੰ ਦਿੰਦਾ ਜੀ, ਜਿਹੜਾ ਹਰ ਰੋਜ਼ ਮੈਂ ਸਵੇਰ ਨੂੰ ਉੱਠ ਕੇ ਗਾਜਰਾਂ ਦਾ ਜਾਂ ਵਿੱਚੋਂ ਥੋੜ੍ਹਾ ਜਿਹਾ ਹੋਰ ਐਪਲ ਪਾ ਕੇ, ਥੋੜ੍ਹੀਆਂ ਗਾਜਰਾਂ ਪਾ ਕੇ ਇਹ ਰੋਜ਼ ਜੂਸ ਪੀਂਦਾ ਜੀ। ਮੇਰਾ ਬ੍ਰੇਕਫਾਸਟ ਇਹੀ ਹੈ। ਮੈਨੂੰ ਨਹੀਂ ਕਦੀ ਗੈਸ ਦੀ ਪ੍ਰੋਬਲਮ ਨਹੀਂ ਹੋਈ, ਕਦੀ ਐਸਿਡਿਟੀ ਨਹੀਂ ਹੋਈ। ਇਹ ਚਾਹ ਦੀ ਬਜਾਏ ਸਮਝ ਸਭ ਤੋਂ ਪਹਿਲਾਂ ਮੈਂ ਇਹੀ ਚੀਜ਼ ਪੀਂਦਾ ਜੀ ਸਵੇਰ ਨੂੰ ਉੱਠ ਕੇ। ਫਿਰ ਆਪਣੇ ਨਾਰੀਅਲ ਦਾ ਪਾਣੀ ਤੁਹਾਨੂੰ ਵਧੀਆ ਰਹੂਗਾ। ਇਹਦੇ ਵਿੱਚੋਂ 1 ਚਮਚਾ ਤੁਸੀਂ ਔਲਿਆਂ ਦਾ ਚੂਰਨ ਲੈਣਾ, ਉੱਪਰ 'ਤੇ ਤੁਸੀਂ ਨਾਰੀਅਲ ਦਾ ਪਾਣੀ ਪੀ ਲਓ। ਨਹੀਂ ਤਾਂ ਬਣਿਆ ਬਣਾਇਆ ਤੁਸੀਂ ਚੂਰਨ ਮੰਗਵਾ ਲਓ। ਅਬ ਪੀਤੀ ਕਰ ਚੂਰਨ ਕਹਿੰਦੇ ਜੀ ਇਹਨੂੰ, ਅਬ ਪੀਤੀ ਕਰ ਚੂਰਨ। ਇਹ ਤੁਸੀਂ ਆਪਣੇ ਲੈ ਲਓ, 1 ਚਮਚਾ ਲੈ ਲਿਆ ਕਰੋ। ਇਹ ਆਪਣੇ ਐਸਿਡਿਟੀ ਵਾਸਤੇ ਵਧੀਆ ਰਹੂਗਾ ਇਹ। ਜਾਂ ਫਿਰ ਕੁਮਾਰੀ ਆਸਪ ਵੀ ਠੀਕ ਰਹੂਗੀ। ਕੁਮਾਰੀ ਆਸਪ ਕਰਕੇ ਸਾਰੀ ਰੋਟੀ ਨਹੀਂ ਹਜਮ ਹੁੰਦੀ ਅਤੇ ਸਾਰੇ ਗੈਸ ਗੂਸ ਜੀ ਬਣਦੀ ਹੈ, ਐਸਿਡ ਬਣਦਾ ਹੈਗਾ, ਉਹਦੇ ਕਰਕੇ ਉਹਨੇ ਐਸਿਡ ਬਣਦਾ ਜੀ, ਸਾਰੇ ਰੋਟੀ ਨਹੀਂ ਹਜਮ ਹੁੰਦੀ। ਤਾਂ ਤੁਸੀਂ ਕੁਮਾਰੀ ਆਸਪ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, 4 ਚਮਚੇ ਦਵਾਈ ਦੇ 4 ਚਮਚੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਤੇ ਮਾਹਵਾਰੀ ਦਰਦ ਹੋ ਕੇ ਆਉਂਦੀ ਹੈਗੀ, ਉਹ ਆਪਣੇ 2 ਕੁ ਛੁਹਾਰੇ ਤੁਸੀਂ ਉਹਨੇ ਉਹਨਾਂ ਨੂੰ ਪੀ ਲਓ, ਅਤੇ ਉਹਨਾਂ ਤੋਂ ਵਿੱਚੋਂ ਥੋੜ੍ਹਾ ਘੀ ਪਾ ਕੇ ਉਹ ਖਾ ਕੇ ਉੱਪਰੋਂ ਦੁੱਧ ਪੀ ਲਓ ਤੁਸੀਂ। ਇਹਦੇ ਨਾਲ ਜਿਹੜੇ ਮਾਹਵਾਰੀ ਦਰਦ ਹੋ ਕੇ ਆਉਂਦੀ ਹੈ, ਖੁੱਲ੍ਹ ਕੇ ਨਹੀਂ ਆਉਂਦੀ, ਉਹ ਆਪਣੇ ਠੀਕ ਹੋ ਜੂਗੀ ਇਹ। ਜਾਂ ਫਿਰ ਤੁਸੀਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜੈਫਲ ਲੈਣੇ ਹੈਗੇ, ਲੌਂਗ, ਛੁਹਾਰੇ, ਦਾਲਚੀਨੀ, ਸੁੰਡ। ਜੈਫਲ, ਲੌਂਗ, ਛੁਹਾਰੇ, ਦਾਲਚੀਨੀ, ਸੁੰਡ, ਇਹ ਬਰਾਬਰ ਚੀਜ਼ਾਂ ਤੁਸੀਂ ਆਪਣੇ ਲੈਣੀਆਂ ਹੈਗੀਆਂ। ਅਤੇ ਇਹਦੇ 1-1.5 ਚਮਚੇ ਦੀ ਚਾਹ ਜੀ ਬਣਾ ਕੇ, ਕਾੜਾ ਜਿਹਾ ਬਣਾ ਲਓ ਤੁਸੀਂ। ਫਿਰ ਇਹਦੇ ਵਿੱਚ ਪੀਣ ਲੱਗੇ ਤੁਸੀਂ ਜੇ 1 ਕੱਪ ਦੇ ਵਿੱਚ 1 ਚਮਚਾ ਤੁਸੀਂ ਬਦਾਮ ਰੋਗਨ ਮਿਕਸ ਕਰਕੇ ਇਹ ਆਪਣੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ।
ਫਿਰ ਪਾਈਨਐਪਲ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ ਜੀ। ਪਾਈਨਐਪਲ ਤੁਸੀਂ ਰੋਜ਼ ਖਾਓ ਜਾਂ ਉਹਦਾ ਜੂਸ ਪੀ ਲਓ। ਫਿਰ ਅਸ਼ੋਕਾ ਰਿਸਟ ਇਹਦੇ ਵਿੱਚੋਂ ਵਧੀਆ ਚੀਜ਼ ਹੈ ਜੀ। ਅਸ਼ੋਕਾ ਰਿਸਟ ਇਹਦੇ 4 ਚਮਚੇ ਤੁਸੀਂ ਆਪਣੇ ਲਿਕੁਇਡ ਦਵਾਈ ਹੈਗੀ, ਇਹ ਔਡਰ ਦੇ ਕੇ ਮੰਗਵਾ ਸਕਦੇ ਹੈਗੇ ਤੁਸੀਂ। 4 ਚਮਚੇ ਤੁਸੀਂ ਆਪਣੇ ਇਹਦੇ ਪੀ ਲਿਆ ਕਰੋ ਰੋਜ਼। ਫਿਰ ਤੁਲਸੀ ਦੇ ਪੱਤਿਆਂ ਚਾਹ ਬਣਾ ਕੇ ਤੁਸੀਂ ਪੀ ਲਿਆ ਕਰੋ। 5-10 ਤੁਲਸੀ ਦੇ ਪੱਤੇ ਇਹਦੀ ਚਾਹ ਬਣਾ ਕੇ ਪੀ ਲਓ, ਇਹਦੇ ਨਾਲ ਵੀ ਸਾਰੀ ਪ੍ਰੋਬਲਮ ਠੀਕ ਹੋ ਜਾਂਦੀ ਹੈ। ਜਾਂ ਫਿਰ ਤੁਸੀਂ ਪਿਆਜ਼ ਦਾ ਇੱਕ ਪਿਆਜ਼ ਲੈ ਕੇ ਉਹਨੂੰ ਆਪਣੇ ਪਾਣੀ ਮੈਂ ਉਬਾਲ ਕੇ ਇਸਦਾ ਸੂਪ ਜਿਹਾ ਬਣਾਉਂਦੇ ਹੁੰਦੇ, ਪਿਆਜ਼ ਦਾ ਸੂਪ ਜਿਹਾ ਬਣਾ ਕੇ ਉਹ ਹੌਲੀ ਹੌਲੀ ਕੁੱਟ ਕਰਕੇ ਪੀਓ ਤੁਸੀਂ। ਇਹਦੇ ਨਾਲ ਵੀ ਸਾਰੀ ਬਿਮਾਰੀ ਦੀ ਪ੍ਰੋਬਲਮ ਆਪਣੇ ਠੀਕ ਹੋ ਜਾਂਦੀ ਹੈ ਇਹਦੇ ਨਾਲ। ਅਤੇ ਭੱਖੜਾ ਵੀ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ, ਜਿਹਨਾਂ ਨੂੰ ਬਿਮਾਰੀ ਦਰਦ ਹੋ ਕੇ ਆਉਂਦੀ ਹੈ। 1 ਚਮਚੇ ਭੱਖੜੇ ਦਾ ਉਹਨੂੰ ਪਾਣੀ ਮੈਂ ਉਬਾਲ ਕੇ ਇਹ ਤੁਸੀਂ ਸਵਾ ਮਹੀਨਾ ਪੀਓ, ਇਹਦੇ ਨਾਲ ਵੀ ਸਾਰੀ ਬਿਮਾਰੀ ਦੀ ਪ੍ਰੋਬਲਮ ਆਪਣੇ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਸੀਗੇ ਪੇਟ ਦੇ ਵਿੱਚੋਂ ਅਫਾਰਾ ਰਹਿੰਦਾ ਹੈਗਾ, ਉਹ ਆਪਣੇ 2-3 ਚਮਚੇ ਦੁੱਧ ਦੇ ਵਿੱਚੋਂ ਤੁਸੀਂ ਅਰੰਡੀ ਦਾ ਤੇਲ ਪਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ 4 ਲੌਂਗ ਤੁਸੀਂ ਪਾਣੀ ਮੈਂ ਉਬਾਲ ਕੇ ਉਹਦੀਆਂ ਚੰਗੀ ਤਰ੍ਹਾਂ ਉਬਾਲ ਲੈਣੇ, ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਅਤੇ ਮੇਥੀ ਦੀ ਸਬਜ਼ੀ ਤੁਸੀਂ ਬਣਾ ਕੇ ਜ਼ਿਆਦਾ ਖਾਓ, ਜਾਂ ਨਹੀਂ ਤਾਂ ਮੇਥੀ ਪੀ ਕੇ ਤੁਸੀਂ ਅੱਧਾ ਕੁ ਚਮਚਾ ਉਹ ਤੁਸੀਂ ਆਪਣੇ ਲੈ ਲਿਆ ਕਰੋ ਇਹਦੇ ਵਿੱਚੋਂ। ਅਤੇ ਆਪਣੇ ਤੁਸੀਂ ਅਜਵਾਇਣ ਅਤੇ ਕਾਲਾ ਨੂਣ ਅਤੇ ਇਲਾਇਚੀ ਛੋਟੀ ਇਹ ਪੀਸ ਕੇ ਆਪਣੇ ਬਰਾਬਰ ਅੱਧਾ ਕੁ ਚਮਚਾ ਤੁਸੀਂ ਇਹਦਾ ਵੀ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਜਾਮਣਾ ਦਾ ਜਿਹੜਾ ਸਿਰਕਾ ਹੁੰਦਾ ਜੀ, ਜਾਮਣਾ ਦਾ ਸਿਰਕਾ ਉਹ 1 ਗਲਾਸ ਪਾਣੀ ਦਾ ਲੈ ਕੇ ਵਿੱਚੋਂ 2-3 ਚਮਚੇ ਜਾਮਣਾ ਦੇ ਸਿਰਕੇ ਦੇ ਘੋਲ ਕੇ ਉਹ ਤੁਸੀਂ ਉਹਨੇ ਪੀ ਲਿਆ ਕਰੋ, ਇਹਦੇ ਨਾਲ ਵੀ ਸਾਰਾ ਫਾੜਾ ਠੀਕ ਹੋ ਜੂਗਾ ਜੀ। ਇਹਦੇ ਨਾਲ ਪਹਿਲਾਂ 2 ਚਮਚਿਆਂ 'ਤੇ ਸਟਾਰਟ ਕਰਕੇ ਦੇਖ ਲਓ, 1 ਗਲਾਸ ਪਾਣੀ 2 ਚਮਚੇ, ਜਾਂ ਫਿਰ ਜੇ ਤੁਹਾਨੂੰ ਠੀਕ ਲੱਗਦਾ ਤਾਂ 1 ਚਮਚਾ ਹੋਰ ਐਡ ਕਰਕੇ ਦੇਖ ਲਓ ਨੈਕਸਟ ਡੇ। ਵੀ ਬਾਹਲਾ ਖੱਟਾ ਜਿਹਾ ਨਹੀਂ ਕਰਨਾ, ਜਿਹੜਾ ਤੁਹਾਡੇ ਗੱਲ ਨੂੰ ਲੱਗੇ ਉਹ ਸਹਿੰਦਾ ਪੀਣਾ ਹੈਗਾ। ਤੁਸੀਂ ਆਪਣੇ ਅੰਦਾਜ਼ੇ ਨਾਲ ਤੁਸੀਂ ਦੇਖ ਲਿਓ ਵੀ ਕਿੰਨਾ ਕੁ ਹੈਗਾ। ਅਤੇ ਰੋਟੀ ਖਾਣੇ ਦੇ ਬਾਅਦ ਤੁਸੀਂ ਪਾਈਨਐਪਲ ਦਾ ਜੂਸ ਪੀਣ ਲੱਗ ਜਾਓ, ਉਹ ਵੀ ਅਫਾਰਾ ਨਹੀਂ ਹੋਣ ਦਿੰਦਾ ਜੀ। ਰੋਟੀ ਖਾ ਕੇ ਤੁਸੀਂ ਪਾਈਨਐਪਲ ਦਾ ਜੂਸ ਪੀ ਲਿਆ ਕਰੋ। ਅੱਛਾ, ਜਿਹੜੇ ਕਹਿੰਦੇ ਸੀ ਕੋਲੈਸਟਰੋਲ ਜ਼ਿਆਦਾ ਹੈਗਾ, ਉਹ ਤੁਸੀਂ ਅਦਰਕ, ਲਸਣ ਅਤੇ ਥੋੜ੍ਹੀ ਜਿਹੀ ਹਲਦੀ ਪਾ ਕੇ ਇਹਦੀ ਚਟਨੀ ਜੀ ਬਣਾ ਕੇ ਰੋਟੀ ਨਾਲ ਖਾ ਲਿਆ ਕਰੋ ਜੀ। ਫਿਰ ਅਨਾਰ ਦਾ ਜੂਸ ਇਹਦੇ ਵਿੱਚੋਂ ਤੁਹਾਨੂੰ ਵਧੀਆ ਰਹੂਗਾ, ਅਨਾਰ ਦਾ ਜੂਸ ਪੀ ਲਿਆ। ਫਿਰ ਜਿਹੜੇ ਕਾਲੇ ਛੋਲੇ ਹੁੰਦੇ ਭੁੰਨੇ ਵੇ ਉਹ ਤੁਸੀਂ ਜਿੰਨਾ ਜੀਅ ਕਰਦਾ ਤੁਸੀਂ ਮੁੱਠੀ 2 ਮੁੱਠੀ ਰੋਜ਼ ਖਾ ਲਿਆ ਕਰੋ, ਇਹੀ ਸਾਰਾ ਹਟਾ ਦੂਗਾ ਜੀ ਕੋਲੈਸਟਰੋਲ ਤੋਂ। ਅਤੇ ਔਲੇ ਵੀ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਔਲਾ ਮੈਂ ਆਪ ਯੂਜ਼ ਕਰਦਾ ਰਿਹਾ ਹੈ, ਔਲਿਆਂ ਦਾ ਜੂਸ ਜਾਂ ਔਲਾ ਪਾਊਡਰ। ਜੇ ਨਹੀਂ ਜੂਸ ਮਿਲਦਾ ਤਾਂ ਔਲਾ ਪਾਊਡਰ ਤੁਸੀਂ 1 ਚਮਚਾ ਰੋਜ਼ ਲੈ ਲਓ, ਅੱਧਾ ਕੁ ਚਮਚਾ ਵਿੱਚੋਂ ਹਲਦੀ ਦਾ ਮਿਕਸ ਕਰਕੇ ਇਹ ਖਾ ਲਿਆ ਕਰੋ ਸਵੇਰੇ ਸਾਂਝ, ਇਹ ਵਧੀਆ ਚੀਜ਼ ਹੈਗੀ। ਜਾਂ ਨਹੀਂ ਜੇ ਤੁਹਾਨੂੰ ਹਲਦੀ ਗਰਮੀ ਕਰਦੀ ਹੈ ਤਾਂ ਉਹਨੇ ਥੋੜ੍ਹੀ ਪਾ ਲਈ, 1 ਚੁਟਕੀ ਪਾ ਲਈ, ਚਾਹੇ ਨਾ ਵੀ ਪਾਓ ਭਾਵੇਂ ਜੇ ਨਹੀਂ ਹਲਦੀ ਮਾਫ ਹੈਗੀ ਤਾਂ ਇਕੱਲੇ ਔਲੇ ਲੈ ਲਓ। ਨਹੀਂ ਔਲਿਆਂ ਦਾ ਜੂਸ ਤੁਸੀਂ ਆਪਣੇ 5-6 ਚਮਚੇ ਗਲਾਸਾਂ ਘੋਲ ਕੇ ਰੋਜ਼ ਪੀਣ ਲੱਗ ਜਾਓ, ਇਹੀ ਸਾਰਾ ਕੋਲੈਸਟਰੋਲ ਹਟਾ ਦੂਗਾ ਜੀ ਵਧੀਆ। ਅਤੇ ਨਹੀਂ ਤਾਂ ਦੱਸਿਆ ਬਈ ਹੈਗਾ ਪਹਿਲਾਂ ਦਾਲਚੀਨੀ 50 ਗ੍ਰਾਮ ਲੈ ਕੇ, ਕਲੌਂਜੀ 50 ਗ੍ਰਾਮ ਲੈ ਕੇ ਇਹ ਬਰਾਬਰ ਤੁਸੀਂ ਮਿਕਸ ਕਰ ਲਓ ਲੈ ਕੇ, ਇਹਦੇ ਵਿੱਚ ਮਾਤੇ ਤੁਸੀਂ ਆਪਣੇ ਅੱਧਾ ਕੁ ਚਮਚਾ ਥੋੜ੍ਹਾ ਜਿਹਾ ਵਿੱਚੋਂ ਸ਼ਹਿਦ ਪਾ ਕੇ ਇਹ ਤੁਸੀਂ ਸਵੇਰੇ ਸਾਂਝ ਲੈ ਲਿਆ ਕਰੋ। ਇਹ ਕੋਲੈਸਟਰੋਲ ਵਾਸਤੇ ਠੀਕ ਹੈਗੀ ਵਧੀਆ ਚੀਜ਼। ਅਤੇ ਅਰਜਨਾ ਪਾਊਡਰ ਇਹਦੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਅਰਜਨਾ ਦਾ ਪਾਊਡਰ ਲੈ ਕੇ ਤੁਸੀਂ 1 ਚਮਚੇ ਦੀ ਉਹਦੀ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ। ਜੇ ਨਹੀਂ ਚਾਹ ਸਾਰਾ ਜੀਅ ਕਰਦਾ ਪੀਣੇ ਨੂੰ ਤਾਂ ਤੁਸੀਂ 1 ਚਮਚਾ ਅਰਜਨਾ ਪਾਊਡਰ ਦਾ ਰਾਤ ਨੂੰ ਪਾਣੀ ਭਿਓ ਕੇ ਰੱਖ ਦੇਣਾ ਹੈਗਾ, ਸਵੇਰ ਨੂੰ ਉੱਠ ਕੇ ਉੱਪਰਲਾ ਪਾਣੀ ਪੀ ਲਓ ਤੁਸੀਂ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਇਹਦੇ ਵਾਸਤੇ ਤੁਸੀਂ ਕਰ ਸਕਦੇ ਤਿਰਫਲਾ ਵੀ ਵਧੀਆ ਚੀਜ਼ ਹੈਗੀ। ਇਸ ਤਰ੍ਹਾਂ ਤਿਰਫਲੇ ਦੇ 2 ਚਮਚੇ ਪਾਣੀ ਭਿਓ ਕੇ ਰਾਤ ਨੂੰ ਰੱਖ ਲਓ ਉੱਪਰ, ਅਤੇ ਸਵੇਰ ਨੂੰ ਉਹਨੇ ਉੱਠ ਕੇ ਤੜਕੇ ਹੀ ਨਿੱਤਰ ਪਾਣੀ ਪੀ ਲਓ ਤੁਸੀਂ। ਇਹ ਗਲੇ ਸਾਰੇ ਪੇਟ ਨੂੰ ਵੀ ਵਧੀਆ ਹੈਗਾ, ਪਿਸ਼ਾਬ ਪਸ਼ੂਬ ਕਿਡਨੀ ਨੂੰ ਸਾਰਿਆਂ ਵਾਸਤੇ ਵਧੀਆ ਚੀਜ਼ ਹੈਗੀ। ਇਹ ਗਲੇ ਕੋਲੈਸਟਰੋਲ ਘਟਾ ਦਿੰਦਾ ਹੈਗਾ ਇਹ। ਅਤੇ ਐਲੋਵੀਰਾ ਇਹਦੇ ਵਿੱਚੋਂ ਚੰਗਾ ਰਹੂਗਾ ਤੁਹਾਨੂੰ, ਐਲੋਵੀਰਾ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਅੱਛਾ, ਅੱਗੇ ਜਿਹੜੇ ਪੁੱਛਦੇ ਹੈਗੇ ਜਿਹੜਾ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ ਉਹਨਾਂ ਵਾਸਤੇ ਵਧੀਆ ਚੀਜ਼ ਹੈ ਜੀ। 50-60 ਗ੍ਰਾਮ ਆਪਣੇ ਛੋਲੇ ਕਾਲੇ ਜਿਹੜੇ ਹੁੰਦੇ ਇਹ ਗੁੜ ਨਾਲ ਖਾ ਲਿਆ, ਇਹ ਖਾ ਲਈ ਅਤੇ ਗੁੜ ਨਾਲ ਖਾ ਲਏ, ਗਲੇ ਸਾਰੀ ਪਾਚਨ ਸ਼ਕਤੀ ਠੀਕ ਹੋ ਜੂਗੀ, ਗਲੇ ਸਾਰਾ ਪਿਸ਼ਾਬ ਵਾਰ ਆਉਣਾ ਠੀਕ ਹੋ ਜੂਗਾ।
ਇਹਦੇ ਵਿੱਚੋਂ ਨਹੀਂ ਤੁਸੀਂ ਉਹਨੇ ਜੇ ਇੱਕੋ ਲਗਤ ਕਰਨਾ ਤਾਂ ਵਿੱਚੋਂ ਤੁਸੀਂ ਛੋਲਿਆਂ ਦੇ ਵਿੱਚੋਂ ਥੋੜ੍ਹੇ ਤਿਲ ਵੀ ਮਿਲਾ ਲਿਆ ਕਰੋ, ਚਮਚਾ 2 ਚਮਚੇ ਹੀ ਤਿਲਾਂ ਦਾ ਮਿਲਾ ਲਿਆ ਭਾਵੇਂ, ਉਹ ਮਿਕਸ ਕਰਕੇ ਖਾ ਲਿਆ ਕਰੋ, ਛੇਤੀ ਆਰਾਮ ਆ ਜਾਊਗਾ ਸਾਨੂੰ ਇਹਦੇ ਵਿੱਚ। ਨਹੀਂ ਤਾਂ ਆਪਣੇ ਅੱਧਾ ਕੁ ਚਮਚਾ ਤੁਸੀਂ ਆਪਣੇ ਚੰਦਰ ਪ੍ਰਭਾ ਬੱਟੀ, ਇਹ ਬਣੀ ਬਣਾਈ ਮਿਲ ਜਾਂਦੀ, ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ ਜੀ। ਔਡਰ ਦੇ ਕੇ ਤੁਸੀਂ ਮੰਗਵਾ ਸਕਦੇ ਹੈਗੇ, ਨਹੀਂ ਆਯੁਰਵੈਦਿਕ ਸਟੋਰ 'ਚੋਂ ਤੁਹਾਨੂੰ ਮਿਲ ਜੂਗੀ। ਅਤੇ ਇਹਦੇ ਵਿੱਚੋਂ ਜਿਹੜਾ ਬਾਲ ਪਿਸ਼ਾਬ ਆਉਂਦਾ ਹੈਗਾ, ਮੇਥੀ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੇ, ਉਹ ਵਧੀਆ ਚੀਜ਼ ਹੈਗੀ। ਅੰਗੂਰ ਜ਼ਿਆਦਾ ਖਾਏ ਕਰੇ। ਅੱਛਾ, ਫਿਰ ਨਹੀਂ ਤਾਂ ਔਲੇ ਦੇ ਜੂਸ ਦੇ ਵਿੱਚੋਂ ਆਪਣੇ ਸ਼ਹਿਦ ਮਿਲਾ ਕੇ ਉਹ ਪੀ ਲਿਆ ਕਰੇ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ ਜਿਹੜਾ ਪਿਸ਼ਾਬ ਜ਼ਿਆਦਾ ਆਉਂਦਾ ਜੀ। ਨਹੀਂ ਤਾਂ ਆਪਣੇ ਤਿਲਾਂ ਦੇ ਲੱਡੂ ਤੁਸੀਂ ਆਪਣੇ ਬਣਾ ਲਓ ਗੁੜ ਦੇ ਵਿੱਚੋਂ ਪਾ ਕੇ, ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਤੇ ਪਾਣੀ ਆਉਂਦਾ ਹੈਗਾ, ਉਹ ਤੁਸੀਂ ਜ਼ਿਆਦਾ ਤਾਂ ਲੌਂਗ, ਕਾਲੀ ਮਿਰਚਾਂ ਅਤੇ ਨਸ਼ਾਦਰ ਠੀਕਰੀ, ਇਹ ਤਿੰਨੇ ਚੀਜ਼ਾਂ ਲੈ ਕੇ ਜੇ ਤੁਸੀਂ ਆਪਣੇ 50 ਗ੍ਰਾਮ ਲੈਣੀਆਂ ਕਾਲੀਆਂ ਮਿਰਚਾਂ, 50 ਗ੍ਰਾਮ ਲੌਂਗ ਲੈਣੇ ਹੈਗੇ, ਤਾਂ ਇਹਦੇ ਵਿੱਚੋਂ ਨਸ਼ਾਦਰ ਠੀਕਰੀ ਪਾਉਣਾ ਹੈਗਾ ਤੁਸੀਂ ਆਪਣੇ ਪਹਿਲਾਂ ਤਾਂ 20 ਗ੍ਰਾਮ, ਪੰਜਵਾਂ ਕੁ ਹਿੱਸਾ ਸਮਝ ਲਓ, ਜਾਂ ਸਮਝ ਲਓ 2 ਚਮਚੇ, ਜੇ ਮੋਟਾ ਹਿਸਾਬ ਰੱਖਣਾ 2 ਪਹਿਲਾਂ 2 ਚਮਚੇ ਪਾ ਕੇ ਦੇਖੋ ਤੁਸੀਂ। ਜੇ ਤਾਂ ਤੁਹਾਨੂੰ ਥੋੜ੍ਹਾ ਜਿਹਾ ਜ਼ਿਆਦਾ ਨੂਨ ਜਿਹਾ ਲੱਗਦਾ ਜਾਂ ਘੱਟ ਨੂਨ ਲੱਗਦਾ ਤਾਂ ਤੁਸੀਂ ਮਾੜਾ ਜਿਹਾ ਥੋੜ੍ਹਾ ਐਡ ਕਰੋ। ਐਂ ਤੁਹਾਨੂੰ ਫੀਲ ਹੋਣਾ ਚਾਹੀਦਾ ਜਿਸ ਤਰ੍ਹਾਂ ਨੇ ਨੂਨ ਆਪਾਂ ਜੀਭ 'ਤੇ ਰੱਖਿਆ, ਇੰਨਾ ਕੁ ਤੁਸੀਂ ਅੰਦਾਜ਼ੇ ਨਾਲ ਪਾ ਲਿਓ। 2 ਜਾਂ 3 ਚਮਚੇ ਬਹੁਤ ਹੈਗੇ ਇਹਨਾਂ। ਉਹ ਤੁਸੀਂ ਉਹਦਾ ਬੁਰਸ਼ ਬਚ ਐਂ ਜੀਭ 'ਤੇ ਫੇਰ ਕੇ ਆਲੇ ਦੁਆਲੇ ਗੱਲਾਂ 'ਤੇ, ਮਸੂੜਿਆਂ 'ਤੇ, ਛੱਤ 'ਤੇ ਸਾਰੇ ਆਪਣੇ ਮੂੰਹੋਂ ਫੇਰ ਕੇ ਪਾਣੀ ਬਾਹਰ ਕੱਢਦੇ ਕਰੋ। ਇਹਦੇ ਨਾਲ ਥਰੇ ਆਪਣੇ ਜਿਹੜੇ ਜੇ ਤਾਂ ਥਰੇ ਇਨਫੈਕਸ਼ਨ ਹੋਈ ਆਪਣੇ ਮੂੰਹ ਦੇ ਵਿੱਚੋਂ, ਤਾਂ ਉਹਦੇ ਨਾਲ ਇਹ ਠੀਕ ਹੋ ਜੂਗੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਅੱਧਾ ਚਮਚਾ ਵੜੇਵੇਂ ਬੇੜੇ 'ਚ ਅਤੇ 1 ਚਮਚਾ ਸ਼ੱਕਰ ਦਾ, ਇਹ ਮਿਕਸ ਪਾ ਕੇ ਮੂੰਹ ਹੌਲੀ ਹੌਲੀ ਚੂਸ ਲਿਆ ਕਰੋ। ਇਹਦੇ ਨਾਲ ਜੇ ਤੁਹਾਡੇ ਢਿੱਡ ਮਾ ਕੋਈ ਪ੍ਰੋਬਲਮ ਹੋਊਗੀ ਤਾਂ ਉਹਦੇ ਨਾਲ ਠੀਕ ਹੋ ਜੂਗਾ ਸਾਰੇ। ਜਾਂ ਫਿਰ ਢਿੱਡ ਦੀ ਪ੍ਰੋਬਲਮ ਕਰਕੇ ਲਾਰਾਂ ਕਈ ਵਾਰੀ ਆਪਣੇ ਮੂੰਹ ਪਾਣੀ ਆਉਂਦਾ ਹੈਗਾ ਵੀ ਸਾਰੀ ਰੋਟੀ ਰਾਟੀ ਹਜਮ ਨਹੀਂ ਹੁੰਦੀ ਠੀਕ ਹੈਗੀ, ਉਹਦੇ ਵਿੱਚੋਂ ਤੁਸੀਂ ਲੈਣੀਆਂ ਹੈਗੀਆਂ ਮਗਾਂ, ਮਿਰਚਾਂ ਕਾਲੀਆਂ, ਸੁੰਡ, ਜਵੈਣ, ਫਿਰ ਆਪਣੇ ਚਿੱਟਾ ਜੀਰਾ, ਕਾਲਾ ਜੀਰਾ, ਫਿਰ ਥੋੜ੍ਹੀ ਜਿਹੀ ਆਪਣੇ ਤੁਸੀਂ ਜਿਸ ਤਰ੍ਹਾਂ ਆਪਾਂ ਤੜਕਾ ਲਗਾਉਂਦੇ ਨਾ ਹਿੰਗ ਦਾ, ਸਾਗ ਨੂੰ ਜਾਂ ਮਾਂਹ ਦੀ ਦਾਲ ਨੂੰ, ਜਿਹੜੀ ਉਹ ਹਿੰਗ ਬਚ ਰਹਿੰਦੀ ਹੈ ਤੜਕੇ ਤੋਂ ਬਾਅਦ, ਭੁੰਨੀ ਵੀ ਹਿੰਗ, ਉਹ ਇਹ ਸਾਰੀਆਂ ਚੀਜ਼ਾਂ 10-10 ਗ੍ਰਾਮ ਤੁਸੀਂ ਆਪਣੇ ਲੈ ਲੈਣੀਆਂ ਹੈਗੀਆਂ। ਕਾਲਾ ਨੂਣ, ਇਹ ਵੀ ਮਿਕਸ ਕਰ ਸਕਦੇ। ਇਹਦਾ ਚੂਰਨ ਜਿਹਾ ਬਣਾ ਲਿਆ ਕਰੋ ਤੁਸੀਂ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਰੋਟੀ ਖਾਣੇ ਤੋਂ ਬਾਅਦ ਤੁਸੀਂ ਆਪਣੇ ਲੈ ਲਿਆ ਕਰੋ। ਜਾਂ ਨਹੀਂ ਇਹਦੇ ਵਾਸਤੇ ਤੁਸੀਂ ਬਣਿਆ ਬਣਾਇਆ ਚੂਰਨ ਵੀ ਲੈ ਸਕਦੇ ਹੈਗੇ ਜੀ। ਉਹਦਾ ਨਾਂ ਹੈਗਾ ਹਿੰਗ ਬਾਸਤਿਕਾ ਚੂਰਨ, ਇਹ ਤੁਸੀਂ ਆਪਣੇ ਲੈ ਲਿਆ ਕਰੋ। ਇਹਦੇ ਨਾਲ ਵੀ ਤੁਹਾਨੂੰ ਫਾਇਦਾ ਹੋ ਜੂਗਾ ਜੀ। ਉਹਦਾ ਅੱਧਾ ਚਮਚਾ ਤੁਸੀਂ ਸਵੇਰ ਨੂੰ ਰੋਟੀ ਖਾਣੇ ਤੋਂ ਬਾਅਦ ਲੈ ਲਿਆ, ਅੱਧਾ ਚਮਚਾ ਸ਼ਾਮ ਨੂੰ ਰੋਟੀ ਖਾਣੇ ਤੋਂ ਬਾਅਦ ਲੈ ਲਿਆ। ਹਫ਼ਤੇ 2 ਹਫ਼ਤੇ ਮਾ ਸਾਰਾ ਡਾਈਜੈਸਟਿਵ ਸਿਸਟਮ ਹੈ ਉਹ ਠੀਕ ਹੋ ਜੂਗਾ। ਜਿਹਨਾਂ ਰੋਟੀ ਰਾਟੀ ਨਹੀਂ ਹਜਮ ਹੁੰਦੀ, ਹੋਰ ਕੋਈ ਪੇਟ ਦੀ ਪ੍ਰੋਬਲਮ ਹੈ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਨਹੀਂ ਤਾਂ ਫਿਰ ਥੋੜ੍ਹੀਆਂ ਸੁਪਾਰੀਆਂ ਲੈਣੀਆਂ ਹੈਗੀਆਂ ਅਤੇ ਛੋਟੀ ਇਲਾਇਚੀਆਂ ਬਰਾਬਰ 2 ਚੀਜ਼ਾਂ ਲੈਣੀਆਂ ਹੈਗੀਆਂ, ਉਹ 1 ਚੁਟਕੀ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਗਏ, ਇਹਦੇ ਨਾਲ ਵੀ ਸਾਰਾ ਠੀਕ ਹੋ ਜੂਗਾ ਜੀ। ਜਿਹੜੇ ਕਹਿੰਦੇ ਸੀ ਆਪਣੇ ਸਾਹ ਜਾਂ ਫੁੱਲਦਾ ਹੈਗਾ ਮੇਰਾ, ਉਹ ਤੁਸੀਂ ਲੈਣੀ ਹੈਗੀ ਸੁੰਡ, ਕਾਲੀ ਮਿਰਚਾਂ ਅਤੇ ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਅਤੇ ਇਹਦੇ ਨਾਲ ਤੁਸੀਂ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਲੈ ਲੈਣਾ ਹੈਗਾ। ਇਹਦੇ ਨਾਲ ਥੋੜ੍ਹਾ ਉਹਨੇ ਲੰਦੇ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਪਣੇ ਠੀਕ ਹੈ ਜੀ ਕੰਮ, ਇਹ ਵਧੀਆ ਮੇਰੀ ਅਜਮਾਈ ਵੀ ਗੱਲ ਹੈ ਇਹ ਪੱਕੀ। ਜਾਂ ਫਿਰ ਤੁਸੀਂ ਸੁੱਕਾ ਔਲਾ ਅਤੇ ਮਲੱਠੀ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਤੁਸੀਂ ਸ਼ਾਮ ਨੂੰ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 25 ਗ੍ਰਾਮ ਰਿੰਡੀ ਦਾ ਤੇਲ ਲੈਣਾ ਹੈਗਾ, 50 ਗ੍ਰਾਮ ਵਿੱਚ ਸ਼ਹਿਦ ਪਾ ਲੈਣਾ ਹੈਗਾ ਇਹਦੇ ਵਿੱਚ, ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਛੱਟ ਲਿਆ ਕਰੋ ਜੀ। ਜਾਂ ਫਿਰ ਇਹਦੇ ਵਾਸਤੇ ਤੁਸੀਂ ਆਪਣੇ ਲੈ ਸਕਦੇ ਹੈਗੇ ਅਨਾਰ ਦਾ ਛਿਲਕਾ ਸੁਕਾ ਕੇ
ਉਹਦਾ ਪਾਊਡਰ ਜਿਹਾ ਬਣਾ ਲਓ ਤੁਸੀਂ, ਅੱਧਾ ਚਮਚਾ ਇਹਦਾ ਪਾਊਡਰ ਦਾ ਅਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਤੁਸੀਂ ਆਪਣੇ ਚਟਲੇ ਕਰੋ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਾਂ ਕਸਟਰੋਲ ਰੰਡੀ ਦਾ ਤੇਲ 1 ਚਮਚਾ ਅਤੇ 1 ਚਮਚਾ ਸ਼ਹਿਦ ਦਾ, ਇਹ ਤੁਸੀਂ ਪਾ ਕੇ ਚਟਲੇ ਕਰੋ। ਜਿਹੜੇ ਬਵਾਸੀਰ ਵਾਸਤੇ ਕਹਿੰਦੇ ਸੀਗੇ, ਬਵਾਸੀਰ ਵਾਸਤੇ ਤਾਂ 2-3 ਫਿਗ ਤੁਸੀਂ ਪਾਣੀ ਵਿੱਚ ਭਿਓ ਕੇ ਰੱਖ ਦੇਣੇ, ਸਵੇਰ ਨੂੰ ਉੱਠ ਕੇ ਖਾ ਲੈਣੇ, 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਤੁਸੀਂ ਖਾ ਲੈਣੇ ਹੈਗੇ। ਇਹ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਆਪਣੇ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਵਿੱਚ ਮੈਂ ਪਾ ਲੈਣੀ ਹੈ 10 ਗ੍ਰਾਮ, ਅੱਧੀ ਜਿਸੇ ਫਰਜ਼ ਕਰੇ ਤੁਸੀਂ 1 ਕੜਛੀ ਲਈ ਹੈਗੀ ਤੇਲ ਦੀ, ਅਤੇ 2 ਕੜਛੀਆਂ ਤੇਲ ਦੀਆਂ, 1 ਕੜਛੀ ਆਪਣੇ ਗਲੈਸਰੀਨ ਦੀ, ਐ ਮਿਕਸ ਜਿਹਾ ਕਰਕੇ ਇਹ ਤੁਸੀਂ ਆਪਣੇ ਮੌਕਿਆਂ ਦੇ ਉੱਤੇ ਲਗਾਉਣੀ ਹੈ। ਉਂਗਲੀ ਨਾਲ ਲਗਾ ਲਓ, ਰੂਈ ਦੇ ਫੰਬੇ ਨਾਲ ਲਗਾ ਲਓ। ਇਹ ਤੁਸੀਂ ਲਗਾਓ, ਐਂ ਥੋੜ੍ਹਾ 1 ਹਫ਼ਤੇ ਮੈਂ ਪੱਕੀ ਗਰੰਟੀ ਆਈ ਐਂ ਠੀਕ ਹੋ ਜੂਗੇ ਜਿਹੜੇ ਮੌਕੇ ਥੋੜ੍ਹੇ ਫੁੱਲੇ ਪਏ ਹੈਗੇ। ਫਿਰ ਇਹਦੇ ਵਿੱਚੋਂ ਮੇਥੀ ਦੀ ਸਬਜ਼ੀ ਵਧੀਆ ਰਹਿੰਦੀ ਹੈਗੀ, ਮੇਥੀ ਦੀ ਸਬਜ਼ੀ ਤੁਸੀਂ ਆਪਣੇ ਖਾ ਲਿਆ ਕਰੋ। ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ 10 ਗ੍ਰਾਮ ਫਟਕੜੀ ਲੈ ਲੈਣੀ ਹੈਗੀ ਅਤੇ 20 ਗ੍ਰਾਮ ਮੱਖਣ ਇਹਦੇ ਵਿੱਚ ਮੈਂ ਮਿਕਸ ਕਰਕੇ, ਮੱਖਣ ਦੇ ਵਿੱਚ ਇਹ ਤੁਸੀਂ ਲਗਾ ਲਿਆ ਕਰੋ ਮੌਕਿਆਂ ਦੇ ਉੱਤੇ, ਤਾਂ ਵੀ ਆਪਣੇ ਵਧੀਆ ਚੀਜ਼ ਰਹੂ। ਮੌਕੇ ਸੁੱਕ ਜਾਓਗੇ ਇਹਦੇ ਨਾਲ। ਫਿਰ ਦਹੀਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਖਾਓ ਇਹਦੇ ਵਿੱਚੋਂ, ਦਹੀਂ ਬਹੁਤ ਵਧੀਆ ਚੀਜ਼ ਹੈਗੀ। ਜਾਂ ਲੱਸੀ ਬਣਾ ਕੇ ਪੀ ਲਓ ਅਜਵਾਇਣ ਪਾ ਕੇ ਵਿੱਚ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ ਇਹ। ਜਾਂ ਨਹੀਂ ਤਾਂ ਥੋੜ੍ਹੀ ਰਸੌਂਤ ਜਿਹੜੀ ਹੁੰਦੀ ਰਸੌਂਤ, ਉਹ ਆਪਣੇ ਲੈਣੀ ਹੈਗੀ ਤੁਸੀਂ ਆਪਣੇ 2 ਕੁ ਗ੍ਰਾਮ, ਇਹ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਮਿਕਸ ਕਰਕੇ ਇਹ ਖਾ ਲਿਆ ਕਰੋ। ਇਹ ਵੀ ਸਾਰੇ ਵਧੀਆ ਚੀਜ਼ ਹੈ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦਾ ਹੈਗਾ, ਸ਼ਲਗਮ ਇਹਦੇ ਵਿੱਚੋਂ ਵਧੀਆ ਚੀਜ਼ ਰਹਿੰਦੇ ਹੈਗੇ। ਫਿਰ ਦਹੀਂ ਦੇ ਵਿੱਚੋਂ ਤੁਸੀਂ ਮੈਂਗੋ ਮਿਕਸ ਕਰਕੇ ਉਹ ਖਾ ਸਕਦੇ ਹੈਗੇ, ਅਨਾਰ ਦਾ ਜੂਸ ਪੀ ਲਿਆ ਕਰੋ। ਇਹ ਸਾਰੀਆਂ ਚੀਜ਼ਾਂ ਆਪਣੇ ਬਵਾਸੀਰ ਵਾਸਤੇ ਵਧੀਆ ਚੀਜ਼ ਹੈਗੀ ਜੀ। ਇਹ ਜਿਹੜੇ ਕਹਿੰਦੇ ਸੀਗੇ ਉਹਨੇ ਦਿਲ ਦੇ ਵਿੱਚੋਂ ਘਬਰਾਹਟ ਜੀ ਰਹਿੰਦੀ ਹੈ, ਦਿਲ ਦੀ ਧੜਕਣ ਤੇਜ਼ ਰਹਿੰਦੀ, ਦਿਲ ਕਮਜ਼ੋਰ ਲੱਗਦਾ ਹੈਗਾ, ਉਹਦੇ ਵਿੱਚ ਤੁਸੀਂ ਤਵਾ ਸਿਰ ਨੁਕਰਾ ਇਹ ਲੈਣੀ ਹੈ 2 ਗ੍ਰਾਮ, ਅੱਧਾ ਕੁ ਚਮਚਾ ਸਮਝ ਲਓ ਅੰਦਾਜ਼ੇ ਨਾਲ, ਅਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ ਕੇਲਿਆਂ ਦੇ ਵਿੱਚ ਥੋੜ੍ਹਾ ਸ਼ਹਿਦ ਪਾ ਕੇ ਖਾ ਲਿਆ ਕਰੋ, ਉਹ ਵੀ ਆਪਣੇ ਦਿਲ ਦੇ ਵਿੱਚ ਤੁਹਾਨੂੰ ਜੇ ਕੋਈ ਚੋਭ ਜਾਂ ਦਰਦ ਜਾਂ ਕੋਈ ਫੀਲ ਹੁੰਦਾ ਉਹ ਠੀਕ ਹੋ ਜਾਂਦਾ ਇਹਦੇ ਨਾਲ। ਨਹੀਂ ਤਾਂ ਉਹਨੇ ਜੇ ਅਜਵਾਇਣ ਖਾ ਲਈ ਉਸ ਟਾਈਮ ਜੇ ਤੁਹਾਨੂੰ ਦਿਲ ਲੱਗਦਾ ਧੜਕਦਾ ਤੇਜ਼, ਅਜਵਾਇਣ ਠੀਕ ਕਰ ਦੇਗੀ ਸਾਰੀ। ਫਿਰ ਆਪਣੇ ਇਹਦੇ ਵਿੱਚੋਂ ਦਿਲ ਦੀ ਧੜਕਣ ਵਾਸਤੇ ਘਬਰਾਹਟ ਹੁੰਦੀ ਹੈ ਤੁਹਾਨੂੰ, ਤਾਂ 20 ਗ੍ਰਾਮ ਤੁਸੀਂ ਲੈਣੀ ਹੈਗੀ ਬ੍ਰਹਮੀ ਪਾਊਡਰ, ਤਿਰਫਲਾ ਪਾਊਡਰ ਲੈਣਾ ਹੈਗਾ 60 ਗ੍ਰਾਮ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 5 ਗ੍ਰਾਮ, ਇਹ ਮਿਕਸ ਕਰਕੇ ਰੱਖ ਦਿਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਸਕਦੇ ਹੈਗੇ। ਫਿਰ ਥੋੜ੍ਹੀ ਨਹੀਂ ਤਾਂ 1 ਚੁਟਕੀ ਹਿੰਗ ਦੀ ਤੁਸੀਂ ਗੁੜ ਦੇ ਵਿੱਚ ਮਿਲਾ ਕੇ ਤੁਸੀਂ ਉਹ ਖਾ ਲਿਆ ਕਰੋ ਸਵੇਰ ਸਾਂਝ, ਇਹ ਆਪਣੇ ਦਿਲ ਦੀ ਕਮਜ਼ੋਰੀ ਵਾਸਤੇ ਵਧੀਆ ਚੀਜ਼ ਹੈਗੀ। ਅਤੇ ਗਾਜਰਾਂ ਦੀ ਖੀਰ ਤੁਸੀਂ ਸ਼ੱਕਰ ਬਣਾ ਕੇ, ਸ਼ੱਕਰ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਗਲੇ ਖੂਨ ਦੀ ਕਮੀ ਦੂਰ ਹੋ ਜੂਗੀ, ਗਲੇ ਦਿਲ ਦੀ ਧੜਕਣ ਠੀਕ ਹੋ ਜੂਗੀ, ਦਿਲ ਨੂੰ ਤਾਕਤ ਦੇਣੇ ਵਾਲੀ ਚੀਜ਼ ਹੈਗੀ ਇਹ। ਜਾਂ ਫਿਰ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਅਤੇ 1 ਚਮਚਾ ਮਿਸ਼ਰੀ, ਇਹ ਮਿਲਾ ਕੇ ਦਿਨ ਮੈਂ 2-3 ਵਾਰੀ ਖਾ ਲਿਆ ਕਰੋ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਧੰਨਵਾਦ ਜੀ, ਥੈਂਕ ਯੂ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ।